ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल जी, तुसीं देख रहे हो पंजाब मेल USA TV ਤੇ मैं सुरभि। खबरां ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਕਾਰਵਾਈ ਤੇਜ਼ ਕਰਨ ਦੇ ਨਾਲ ਹੀ ਅਮਰੀਕਾ 19 ਦੇਸ਼ਾਂ ਦੇ ਲੋਕਾਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ਕਰੇਗਾ ਮੁੜ ਜਾਂਚ। ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀ ਵਿਰੁੱਧ ਕਾਰਵਾਈ ਹੋਈ ਤੇਜ਼। ਅਮਰੀਕਾ ਛੱਡਣ ਲਈ ਮਜਬੂਰ ਹੋਇਆ ਭਾਰਤੀ ਪਰਿਵਾਰ। ਵਾਈਟ ਹਾਊਸ ਨੇੜੇ ਅੱਤਵਾਦੀ ਹਮਲੇ 'ਚ ਜ਼ਖਮੀ ਨੈਸ਼ਨਲ ਗਾਰਡ ਦੀ ਹੋਈ ਮੌਤ। ट्रंप के लिए कोलंबस दिवस और विजय दिवस है पर कोई विश्व एड्स दिवस नहीं है। कैनेडा दे विच जबरी वसूले के मुद्दे ते भारतीय का वड्डा इकट्ठ। हुण इन्हां खबरां दा विस्तार। इस दे नाल ही देश ते विदेश नाल जुड़ियां होईयां तमाम खबरां। ਵਾਸ਼ਿੰਗਟਨ ਡੀਸੀ ਵਿੱਚ 2 ਨੈਸ਼ਨਲ ਗਾਰਡ ਮੈਂਬਰਾਂ ਦੀ ਗੋਲੀਬਾਰੀ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਵੱਲੋਂ ਇਮੀਗ੍ਰੇਸ਼ਨ ਕਾਰਵਾਈ ਤੇਜ਼ ਕਰਨ ਦੇ ਨਾਲ ਹੀ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ਤੇ ਚਿੰਤਾਜਨਕ 19 ਦੇਸ਼ਾਂ ਦੇ ਲੋਕਾਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ਮੁੜ ਜਾਂਚ ਕਰੇਗਾ। ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ 19 ਦੇਸ਼ਾਂ ਤੋਂ ਅਮਰੀਕਾ ਪ੍ਰਵਾਸ ਕਰਨ ਵਾਲੇ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਮੁੜ ਜਾਂਚ ਕਰੇਗਾ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਮੁਖੀ ਜੋਸਫ ਐਡਲੋ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੇ ਉਹਨਾਂ ਨੂੰ ਹਰੇਕ ਦੇਸ਼ ਦੇ ਹਰੇਕ ਪ੍ਰਦੇਸੀ ਲਈ ਹਰੇਕ ਗ੍ਰੀਨ ਕਾਰਡ ਦੀ ਪੂਰੀ ਸਖਤ ਮੁੜ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੂਚੀ ਵਿੱਚ ਕਿਹੜੇ ਦੇਸ਼ ਸ਼ਾਮਲ ਹਨ ਤਾਂ ਏਜੰਸੀ ਨੇ ਵਾਈਟ ਹਾਊਸ ਦੁਆਰਾ ਜੂਨ ਦੇ ਐਲਾਨ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਅਫਗਾਨਿਸਤਾਨ, ਕਿਊਬਾ, ਹੈਤੀ, ਈਰਾਨ, ਸੋਮਾਲੀਆ ਅਤੇ ਵੈਨਜ਼ੂਏਲਾ ਵਰਗੇ ਦੇਸ਼ ਸ਼ਾਮਲ ਹਨ। ਇਹ ਐਲਾਨ ਬੁੱਧਵਾਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਇੱਕ ਅਫਗਾਨ ਨਾਗਰਿਕ ਵੱਲੋਂ 2 ਨੈਸ਼ਨਲ ਗਾਰਡ ਸੈਨਿਕਾਂ ਨੂੰ ਗੋਲੀ ਮਾਰਨ ਦੇ ਦੋਸ਼ ਹੇਠ ਆਇਆ ਹੈ ਜਿਸ ਵਿੱਚ ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਤਾਂ ਅੰਦਾਜ਼ੀਏ ਸ਼ੱਕੀ ਰਹਿਮਾਨ ਉੱਲਾ ਲਕਨਵਾਲ 2021 ਵਿੱਚ ਇੱਕ ਪ੍ਰੋਗਰਾਮ ਦੇ ਤਹਿਤ ਅਮਰੀਕਾ ਆਇਆ ਸੀ ਜਿਸ ਵਿੱਚ ਅਮਰੀਕਾ ਦੀ ਅਫਗਾਨਿਸਤਾਨ ਤੋਂ ਵਾਪਸੀ ਦੇ ਮੱਦੇਨਜ਼ਰ ਅਫਗਾਨਾਂ ਨੂੰ ਵਿਸ਼ੇਸ਼ ਇਮੀਗ੍ਰੇਸ਼ਨ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਗੋਲੀਬਾਰੀ ਇੱਕ ਵੱਡੇ ਰਾਸ਼ਟਰੀ ਸੁਰੱਖਿਆ ਖਤਰੇ ਨੂੰ ਉਜਾਗਰ ਕਰਦੀ ਹੈ। ਵੀਰਵਾਰ ਨੂੰ ਐਡਲੋ ਦੀ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰੀਨ ਕਾਰਡ ਸਮੀਖਿਆ ਬਾਰੇ ਸਪਸ਼ਟ ਤੌਰ ਤੇ ਉਸ ਹਮਲੇ ਦਾ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਦੇਸ਼ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਅਮਰੀਕੀ ਲੋਕ ਪਿਛਲੇ ਪ੍ਰਸ਼ਾਸਨ ਦੀਆਂ ਲਾਪਰਵਾਹੀ ਵਾਲੀਆਂ ਪੁਨਰਵਾਸ ਨੀਤੀਆਂ ਦੀ ਕੀਮਤ ਨਹੀਂ ਚੁੱਕਣਗੇ। ਦੁਬਾਰਾ ਪ੍ਰੀਖਿਆ ਕਿਵੇਂ ਦਿਖਾਈ ਦੇਵੇਗੀ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਸੀ। ਇਸ ਤੋਂ ਇਲਾਵਾ ਜੂਨ ਦੇ ਵਿੱਚ ਦਿੱਤੀ ਗਈ ਉਸ ਘੋਸ਼ਣਾ ਦੇ ਵਿੱਚ ਵਿਦੇਸ਼ੀ ਨਾਗਰਿਕਾਂ ਨੂੰ ਵਿਦੇਸ਼ੀ ਅੱਤਵਾਦੀਆਂ ਅਤੇ ਹੋਰ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਖਤਰਿਆਂ ਤੋਂ ਬਚਾਉਣ ਦੇ ਲਈ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਉਦੇਸ਼ ਰੱਖਿਆ ਗਿਆ ਸੀ। ਪ੍ਰਸ਼ਾਸਨ ਨੇ ਕਿਹਾ ਕਿ ਸੁਰੱਖਿਆ ਚਿੰਤਾਵਾਂ ਅਤੇ ਕਾਰੋਬਾਰੀ, ਵਿਦਿਆਰਥੀ ਅਤੇ ਸੈਲਾਨੀ ਵੀਜ਼ਾ ਦੀ ਓਵਰਸਟੇ ਦਰ ਕਿਸੇ ਦੇਸ਼ ਨੂੰ ਸੂਚੀ ਵਿੱਚ ਸ਼ਾਮਲ ਕਰਨ ਦੇ ਕਾਰਨਾਂ ਵਿੱਚੋਂ ਇੱਕ ਸਨ। ਅਮਰੀਕਾ ਵਿੱਚ 17 ਸਾਲ ਰਹਿਣ ਮਗਰੋਂ ਭਾਰਤ ਪਰਤਣ ਲਈ ਮਜਬੂਰ ਹੋਏ ਪਰਿਵਾਰ ਦੀ ਹੈਰਾਨਕੁਨ ਕਹਾਣੀ ਚਰਚਾ ਦਾ ਮੁੱਦਾ ਬਣੀ ਹੋਈ ਹੈ। ਇਹ ਪਰਿਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਪਣਾ ਸਭ ਕੁਝ ਵੇਚ-ਵੱਟ ਕੇ ਭਾਰਤ ਨਹੀਂ ਪਰਤਿਆ, ਸਗੋਂ ਅਮਰੀਕਾ ਦੇ ਹੈਲਥ ਕੇਅਰ ਸਿਸਟਮ ਨੇ ਪਰਿਵਾਰ ਨੂੰ ਆਰਥਿਕ ਪੱਖੋਂ ਵੱਡੀ ਢਾਹ ਲਾਈ। ਹੈਲਥ ਕੇਅਰ ਸਿਸਟਮ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਤਾਰਾ ਅਤੇ ਉਸਦੇ ਪਤੀ ਨੇ ਦੱਸਿਆ ਕਿ ਉਹਨਾਂ ਦੇ ਘਰ ਜੋੜੇ ਬੱਚਿਆਂ ਨੇ ਜਨਮ ਲਿਆ ਜਿਸ ਦੌਰਾਨ 6 ਮਹੀਨੇ ਦੀ ਜਨੇਪਾ ਛੁੱਟੀ ਲੈਣੀ ਪਈ ਪਰ ਉੱਚੀਆਂ ਬੀਮਾ ਦਰਾਂ ਨੇ ਨੱਕ ਵਿੱਚ ਦਮ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਬੀਮੇ ਰਾਹੀਂ ਮਦਦ ਤੋਂ ਪਹਿਲਾਂ ਹਰ ਸਾਲ $14,000 ਜਮ੍ਹਾਂ ਕਰਵਾਉਣੇ ਪਏ ਅਤੇ $1,600 ਪ੍ਰਤੀ ਮਹੀਨਾ ਵਾਲਾ ਮਹਿੰਗਾ ਪ੍ਰੀਮੀਅਰ ਵੱਖਰਾ ਬਣਦਾ ਹੈ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਜੋੜੇ ਬੱਚੇ ਹੈਲਥ ਕੇਅਰ ਇੰਸ਼ੋਰੈਂਸ ਤੋਂ ਬਾਹਰ ਹੀ ਰਹੇ। ਇਸ ਦਾ ਮਤਲਬ ਇਹ ਹੋਇਆ ਕਿ ਡਾਕਟਰ ਦੀ ਕਲੀਨਿਕ ਵਿੱਚ ਲੱਗਣ ਵਾਲਾ ਹਰ ਗੇੜਾ ਉਹਨਾਂ ਦੀ ਜੇਬ ਤੇ ਬੋਝ ਪਾ ਰਿਹਾ ਸੀ। ਇਸ ਦੇ ਉਲਟ ਦੋਹਾਂ ਨੂੰ ਭਾਰਤ ਦਾ ਹੈਲਥ ਕੇਅਰ ਸਿਸਟਮ ਜ਼ਿਆਦਾ ਬਿਹਤਰ ਮਹਿਸੂਸ ਹੋਇਆ। ਤਾਰਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਭਾਰਤੀ ਸੱਭਿਆਚਾਰ ਵਾਲੇ ਮਾਹੌਲ ਵਿੱਚ ਪਾਲਣਾ ਚਾਹੁੰਦੀ ਹੈ। ਤਾਰਾ ਨੇ ਉਮੀਦ ਭਰੇ ਲਹਿਜ਼ੇ ਵਿੱਚ ਕਿਹਾ ਕਿ ਭਾਰਤ ਵਿੱਚ ਉਸਦੇ ਬੱਚੇ ਪਰਮਾਤਮਾ ਦੀ ਇਬਾਦਤ ਕਰਦਿਆਂ ਅਤੇ ਸਾਡੀਆਂ ਕਹਾਣੀਆਂ ਸੁਣ ਕੇ ਵੱਡੇ ਹੋਣਗੇ। ਤੁਹਾਨੂੰ ਦੱਸ ਦਈਏ ਕਿ ਤਾਰਾ 15 ਸਾਲ ਦੀ ਉਮਰ ਵਿੱਚ ਅਮਰੀਕਾ ਪੁੱਜੀ ਅਤੇ ਭਾਰਤੀ ਮੂਲ ਦੇ ਸ਼ਖਸ ਨਾਲ ਵਿਆਹ ਕਰਵਾ ਲਿਆ।
ਪਿਛਲੇ ਕੁਝ ਵਰ੍ਹਿਆਂ ਤੋਂ ਦੋਹਾਂ ਨੂੰ ਅਜਿਹੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪਿਆ ਕਿ ਆਪਣਾ ਜੱਦੀ ਮੁਲਕ ਜ਼ਿਆਦਾ ਸੋਹਣਾ ਲੱਗਣ ਲੱਗਾ। ਤਾਰਾ ਨੇ ਰਿਵਰਸ ਮਾਈਗ੍ਰੇਸ਼ਨ ਨਾਲ ਸੰਬੰਧਿਤ ਇੱਕ ਕਹਾਣੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤਾਂ ਲੱਖਾਂ ਲੋਕਾਂ ਦੀਆਂ ਟਿੱਪਣੀਆਂ ਆਉਣ ਲੱਗੀਆਂ ਜੋ ਵਿਦੇਸ਼ਾਂ ਵਿੱਚ ਬੱਚਿਆਂ ਦੀ ਪਰਵਰਿਸ਼, ਹੈਲਥ ਕੇਅਰ ਅਤੇ ਬੇਗਾਨੇ ਮੁਲਕ ਵਿੱਚ ਦਰਪੇਸ਼ ਸਮੱਸਿਆਵਾਂ ਬਾਰੇ ਜ਼ਿਕਰ ਕਰਨ ਲੱਗ ਪਏ। ਇਸ ਦੇ ਨਾਲ ਹੀ ਤਾਰਾ ਦਾ ਕਹਿਣਾ ਸੀ ਕਿ ਉਹਨਾਂ ਦੇ ਪਰਿਵਾਰ ਨਾਲ ਵਾਪਰਿਆ ਘਟਨਾਕ੍ਰਮ ਹਰ ਇੱਕ ਬਰਦਾਸ਼ਤ ਨਹੀਂ ਕਰਨਾ ਪੈਂਦਾ, ਪਰ ਆਪਣੀ ਰੂਹ ਦੀ ਗੱਲ ਸੁਣਦਿਆਂ ਅਮਰੀਕਾ ਛੱਡਣ ਦਾ ਫੈਸਲਾ ਲਿਆ। ਅਮਰੀਕਾ ਵਿੱਚ ਲੰਘਾਏ ਵਰੇ ਵੀ ਉਹਨਾਂ ਦੀਆਂ ਸੁਨਹਿਰੀ ਯਾਦਾਂ ਦਾ ਹਮੇਸ਼ਾ ਹਿੱਸਾ ਰਹਿਣਗੇ। ਅਮਰੀਕਾ ਦੇ ਹੈਲਥ ਕੇਅਰ ਸਿਸਟਮ ਨਾਲ ਸੰਬੰਧਿਤ ਇਹ ਸੱਚੀ ਕਹਾਣੀ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਕੈਨੇਡਾ ਦੇ ਵਿੱਚ ਇਲਾਜ ਦੀ ਉਡੀਕ ਕਰਦੇ ਹਜ਼ਾਰਾਂ ਲੋਕਾਂ ਦੀ ਮੌਤ ਨਾਲ ਸੰਬੰਧਿਤ ਅਹਿਮ ਰਿਪੋਰਟ ਵੀ ਸਾਹਮਣੇ ਆਈ ਹੈ। ਅਮਰੀਕਾ ਵਿੱਚ ਵਾਈਟ ਹਾਊਸ ਨੇੜੇ ਇੱਕ ਅਫਗਾਨੀ ਨਾਗਰਿਕ ਦੁਆਰਾ ਕੀਤੇ ਗਏ ਹਮਲੇ ਵਿੱਚ 2 ਨੈਸ਼ਨਲ ਗਾਰਡ ਜ਼ਖਮੀ ਹੋ ਗਏ ਸਨ। ਇਨ੍ਹਾਂ ਵਿੱਚੋਂ ਇੱਕ ਜਵਾਨ ਸਾਰਾ ਬੈਕਸਟਰੋਮ ਦੀ ਮੌਤ ਹੋ ਗਈ ਹੈ। ਉੱਥੇ ਹੀ ਦੂਜਾ ਜਵਾਨ ਗੰਭੀਰ ਹਾਲਤ ਵਿੱਚ ਆਪਣੀ ਜ਼ਿੰਦਗੀ ਲਈ ਲੜ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਵਿੱਚ ਵਾਈਟ ਹਾਊਸ ਨੇੜੇ ਹੋਏ ਅੱਤਵਾਦੀ ਹਮਲੇ ਲਈ ਟਰੰਪ ਨੇ ਬਾਈਡਨ ਯੁੱਗ ਦੀ ਇਮੀਗ੍ਰੇਸ਼ਨ ਜਾਂਚ ਦੀਆਂ ਕਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸ਼ਰਨ ਯਾਨੀ ਕਿ ਅਜ਼ਾਇਲਮ ਦੇ ਮਾਮਲਿਆਂ ਦੀ ਪੂਰੀ ਜਾਂਚ ਦਾ ਹੁਕਮ ਦਿੱਤਾ। ਟਰੰਪ ਨੇ ਕਿਹਾ ਕਿ 20 ਸਾਲ ਦੀ ਸਾਰਾ ਦੀ ਜ਼ਖਮਾਂ ਕਾਰਨ ਮੌਤ ਹੋ ਗਈ ਹੈ ਅਤੇ ਉਹਨਾਂ ਦੇ ਸਾਥੀ ਗਾਰਡਸਮੈਨ ਐਂਡਰਿਊ ਵੁਲਫ ਜੋ ਕਿ 24 ਸਾਲਾਂ ਦੇ ਨੇ ਆਪਣੀ ਜਾਨ ਦੇ ਲਈ ਲੜ ਰਹੇ ਹਨ। ਟਰੰਪ ਨੇ ਕਿਹਾ ਕਿ ਬੈਕਸਟਰੋਮ ਹੁਣ ਸਾਡੇ ਨਾਲ ਨਹੀਂ ਹਨ, ਉਹ ਹੁਣ ਸਾਨੂੰ ਉੱਪਰੋਂ ਦੇਖ ਰਹੀ ਹੋਵੇਗੀ। ਉਸਦੇ ਮਾਤਾ-ਪਿਤਾ ਉਸਦੇ ਨਾਲ ਹਨ। ਤੁਹਾਨੂੰ ਦੱਸ ਦਈਏ ਕਿ ਹਮਲਾ ਕਰਨ ਵਾਲੇ 29 ਸਾਲਾਂ ਦੇ ਅਫਗਾਨ ਨਾਗਰਿਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਹੁਣ ਇਹ ਸਾਹਮਣੇ ਆਇਆ ਹੈ ਕਿ ਉਹ ਅਮਰੀਕੀ ਫੌਜ ਵਿੱਚ ਇੱਕ ਸਿਪਾਹੀ ਵਜੋਂ ਸੇਵਾ ਨਿਭਾਉਂਦਾ ਸੀ। FBI ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕਈ ਪ੍ਰਾਪਰਟੀਜ਼ ਦੀ ਤਲਾਸ਼ੀ ਲਈ, ਜਿਸ ਵਿੱਚ ਵਾਸ਼ਿੰਗਟਨ ਰਾਜ ਵਿੱਚ ਇੱਕ ਘਰ ਵੀ ਸ਼ਾਮਲ ਹੈ ਜੋ ਸ਼ੱਕੀ ਨਾਲ ਜੁੜਿਆ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸ਼ੱਕੀ 2021 ਵਿੱਚ ਇੱਕ ਮੁੜ ਵਸੇਬਾ ਪ੍ਰੋਗਰਾਮ ਦੇ ਤਹਿਤ ਅਮਰੀਕਾ ਆਉਣ ਤੋਂ ਪਹਿਲਾਂ ਅਫਗਾਨਿਸਤਾਨ ਦੇ ਵਿੱਚ CIA ਸਮਰਥਿਤ ਯੂਨਿਟ ਯਾਨੀ CIA ਸਪੋਰਟਡ ਯੂਨਿਟ ਦਾ ਹਿੱਸਾ ਸੀ। FBI ਡਾਇਰੈਕਟਰ ਕਾਸ਼ ਪਟੇਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਏਜੰਟਾਂ ਨੇ ਸ਼ੱਕੀ ਦੇ ਘਰ ਤੋਂ ਕਈ ਇਲੈਕਟ੍ਰੋਨਿਕਸ ਡਿਵਾਈਸਿਸ ਜ਼ਬਤ ਕੀਤੇ, ਜਿਸ ਦੀ ਪਛਾਣ 29 ਸਾਲ ਦੇ ਰਹਿਮਾਨ ਉੱਲਾ ਵਜੋਂ ਹੋਈ ਹੈ। ਇਨ੍ਹਾਂ ਵਿੱਚ ਸੈੱਲਫੋਨ, ਲੈਪਟਾਪ ਅਤੇ ਆਈਪੈਡ ਸ਼ਾਮਲ ਹਨ ਅਤੇ ਉਸ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਾਸ਼ਿੰਗਟਨ DC ਦੇ US ਅਟਾਰਨੀ ਜਿਨਿਨ ਪੀਰੋ ਨੇ ਕਿਹਾ ਹੈ ਕਿ ਸ਼ੱਕੀ ਨੇ ਦੇਸ਼ ਭਰ ਵਿੱਚ ਗੱਡੀ ਚਲਾਈ ਅਤੇ ਫਿਰ ਬੁੱਧਵਾਰ ਦੁਪਹਿਰ ਵਾਈਟ ਹਾਊਸ ਦੇ ਨੇੜੇ ਗਸ਼ਤ ਕਰ ਰਹੇ ਗਾਰਡ ਮੈਂਬਰਾਂ ਤੇ ਹਮਲਾ ਕਰ ਦਿੱਤਾ। ਟਰੰਪ ਨੇ US ਮਿਲਟਰੀ ਸਰਵਿਸ ਮੈਂਬਰਾਂ ਲਈ ਥੈਂਕਸ ਗਿਵਿੰਗ ਕਾਲ ਵਿੱਚ ਕਿਹਾ ਕਿ ਮੈਂ ਸਾਡੇ ਪੂਰੇ ਦੇਸ਼ ਦੇ ਦੁੱਖ ਅਤੇ ਡਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੱਲ ਸਾਡੇ ਦੇਸ਼ ਦੀ ਰਾਜਧਾਨੀ ਵਿੱਚ ਅੱਤਵਾਦੀ ਹਮਲਾ ਹੋਇਆ, ਜਿਸ ਵਿੱਚ ਇੱਕ ਵਹਿਸ਼ੀ ਰਾਖਸ਼ ਨੇ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ 2 ਸਰਵਿਸ ਮੈਂਬਰਾਂ ਨੂੰ ਗੋਲੀ ਮਾਰ ਦਿੱਤੀ ਜੋ DC ਟਾਸਕ ਫੋਰਸ ਦੇ ਹਿੱਸੇ ਵਜੋਂ ਤੈਨਾਤ ਸਨ। ਵਾਈਟ ਹਾਊਸ ਦੇ ਪਹਿਲੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਇਲਜ਼ਾਮ ਲਗਾਉਂਦੇ ਹੋਏ ਟਰੰਪ ਨੇ ਕਿਹਾ ਕਿ ਕਥਿਤ ਬੰਦੂਕਧਾਰੀ ਜਿਸ ਨੂੰ ਉਹਨਾਂ ਨੇ ਪਾਗਲ ਦੱਸਿਆ, ਉਹਨਾਂ ਹਜ਼ਾਰਾਂ ਅਫਗਾਨਾਂ ਵਿੱਚੋਂ ਇੱਕ ਸੀ ਜੋ 2021 ਵਿੱਚ US ਦੇ ਅਫਰਾ ਤਫਰੀ ਵਾਲੇ ਹਟਾਉਣ ਦੌਰਾਨ ਯਾਨੀ ਕਿ ਰਿਮੂਵਲ ਦੇ ਦੌਰਾਨ ਬਿਨਾਂ ਜਾਂਚ ਦੇ ਅੰਦਰ ਆ ਗਏ ਸਨ। 1988 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਸਰਕਾਰ ਨੇ ਕਿਹਾ ਕਿ ਉਹ ਹੁਣ ਵਿਸ਼ਵ ਏਡਜ਼ ਦਿਵਸ ਨਹੀਂ ਮਨਾਏਗੀ, ਜੋ ਇਸ ਬਿਮਾਰੀ ਕਾਰਨ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦਾ ਸਨਮਾਨ ਕਰਦਾ ਹੈ, ਮਹਾਮਾਰੀ ਨਾਲ ਲੜਨ ਦੇ ਯਤਨਾਂ ਦਾ ਜਸ਼ਨ ਮਨਾਉਂਦਾ ਹੈ ਅਤੇ ਜਾਗਰੂਕਤਾ ਪੈਦਾ ਕਰਦਾ ਹੈ। ਸੋ ਜਾਗਰੂਕਤਾ ਦਿਵਸ ਕੋਈ ਰਣਨੀਤੀ ਨਹੀਂ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਟੋਮੀ ਨੇ ਨਿਊਯਾਰਕ ਟਾਈਮਜ਼ ਨੂੰ ਇਹ ਦੱਸਿਆ। ਹਾਲਾਂਕਿ ਜਦੋਂ ਤੋਂ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਿਆ ਹੈ, ਉਹਨਾਂ ਨੇ ਜਾਗਰੂਕਤਾ ਦਿਨਾਂ ਅਤੇ ਜਾਗਰੂਕਤਾ ਹਫ਼ਤਿਆਂ ਅਤੇ ਜਾਗਰੂਕਤਾ ਮਹੀਨਿਆਂ ਲਈ ਕਈ ਘੋਸ਼ਣਾਵਾਂ ਤੇ ਦਸਤਖਤ ਕੀਤੇ ਹਨ। ਉਹਨਾਂ ਨੇ ਵਿਸ਼ਿਆਂ ਤੇ ਜੋ ਸਪਸ਼ਟ ਤੌਰ ਤੇ ਉਹਨਾਂ ਦੀ ਪਸੰਦ ਦੇ ਹਨ। ਸੋ ਉਹਨਾਂ ਦੇ ਵਿੱਚ ਕੁਝ ਖਾਸ ਸ਼ਾਮਲ ਨੇ, ਜਿਵੇਂ ਕਿ ਕਮਿਊਨਿਜ਼ਮ ਵਿਰੋਧੀ ਹਫ਼ਤਾ। ਟਰੰਪ ਨੇ 2-8 ਨਵੰਬਰ ਦੇ ਹਫ਼ਤੇ ਨੂੰ ਇਤਿਹਾਸ ਦੀਆਂ ਸਭ ਤੋਂ ਵਿਨਾਸ਼ਕਾਰੀ ਵਿਚਾਰਧਾਰਾਵਾਂ ਵਿੱਚੋਂ ਇੱਕ ਦੁਆਰਾ ਹੋਈ ਤਬਾਹੀ ਦੀ ਗੰਭੀਰ ਯਾਦ ਅਤੇ ਕਮਿਊਨਿਜ਼ਮ ਦੇ ਵਿਰੁੱਧ ਦ੍ਰਿੜਤਾ ਨਾਲ ਖੜੇ ਹੋਣ ਦੇ ਰਾਸ਼ਟਰੀ ਵਾਅਦੇ ਦੇ ਨਵੀਨੀਕਰਨ ਵਜੋਂ ਮਨਾਉਣ ਦਾ ਐਲਾਨ ਕੀਤਾ। ਇਹ ਐਲਾਨ ਨਿਊਯਾਰਕ ਸਿਟੀ ਦੇ ਮੇਅਰ ਵਜੋਂ ਲੋਕਤੰਤਰੀ ਸਮਾਜਵਾਦੀ ਜ਼ੋਹਰਾਨ ਮਮਦਾਨੀ ਦੀ ਚੋਣ ਦੇ ਨਾਲ ਮੇਲ ਖਾਂਦਾ ਸੀ, ਜਿਸ ਨੂੰ ਟਰੰਪ ਨੇ ਕਮਿਊਨਿਸਟ ਪਾਗਲ ਵਜੋਂ ਦਰਸਾਇਆ ਸੀ। ਦੂਸਰਾ ਹੈ ਕਿ ਟਰੰਪ ਨੇ ਅਕਤੂਬਰ ਵਿੱਚ ਇਹ ਐਲਾਨ ਜਾਰੀ ਕੀਤਾ, ਜਿਸ ਨੇ ਪਹਿਲਾਂ ਰਾਸ਼ਟਰੀ ਊਰਜਾ ਜਾਗਰੂਕਤਾ ਮਹੀਨਾ, ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਮਹੀਨੇ ਨੂੰ ਵੱਧ ਤੋਂ ਵੱਧ ਉਤਪਾਦਨ, ਵੱਧ ਤੋਂ ਵੱਧ ਖੁਸ਼ਹਾਲੀ ਅਤੇ ਵੱਧ ਤੋਂ ਵੱਧ ਬਿਜਲੀ ਦੇ ਸੱਦੇ ਵਿੱਚ ਬਦਲ ਦਿੱਤਾ।
ਊਰਜਾ ਕੀਮਤਾਂ ਨੂੰ ਰਾਸ਼ਟਰੀ ਊਰਜਾ ਐਮਰਜੈਂਸੀ ਵਜੋਂ ਪੇਸ਼ ਕਰਦੇ ਹੋਏ ਟਰੰਪ ਨੇ ਤੇਲ, ਕੁਦਰਤੀ ਗੈਸ, ਕੋਲਾ ਅਤੇ ਮਹੱਤਵਪੂਰਨ ਖਣਿਜਾਂ ਦੇ ਘਰੇਲੂ ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਤੇ ਕੇਂਦਰਿਤ ਨੀਤੀਆਂ ਪ੍ਰਤੀ ਵਚਨਬੱਧਤਾ ਦਾ ਐਲਾਨ ਕੀਤਾ। ਇਸ ਮਹੀਨੇ ਉਹਨਾਂ ਨੇ ਕਿਹਾ, ਅਸੀਂ ਅਮਰੀਕੀ ਊਰਜਾ ਦਬਦਬੇ ਨੂੰ ਵਾਪਸ ਲਿਆਉਣ ਦੇ ਲਈ ਆਪਣਾ ਧਰਮ ਯੁੱਧ ਜਾਰੀ ਰੱਖਦੇ ਹਾਂ। ਕੈਨੇਡਾ ਦੇ ਵਿੱਚ ਭਾਰਤੀ ਕਾਰੋਬਾਰੀਆਂ ਉੱਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਵੈਂਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦਿਆਂ ਭਾਈਚਾਰੇ ਦੇ ਲੋਕਾਂ ਨੂੰ ਐਕਸਟੋਰਸ਼ਨ ਮਾਮਲਿਆਂ ਬਾਰੇ ਡੂੰਘਾਈ ਦੇ ਨਾਲ ਜਾਣੂ ਕਰਵਾਇਆ ਅਤੇ ਕਮਿਊਨਿਸਟ ਦੇ ਪੈ ਰਹੇ ਅਸਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਐਂਟੀ ਐਕਸਟੋਰਸ਼ਨ ਕਮਿਊਨਿਟੀ ਫੋਰਮ ਦੌਰਾਨ ਲੋਕਾਂ ਨੂੰ ਚੇਤਾਵਨੀ ਸੰਕੇਤ ਸਮਝਣ ਅਤੇ ਨਿਸ਼ਾਨੇ ਤੇ ਹੋਣ ਦੀ ਸੂਰਤ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਤਾਰ ਦੇ ਨਾਲ ਦੱਸਿਆ। ਸਰਜਨ ਸਟੀਵ ਐਡੀਸਨ ਨੇ ਕਿਹਾ ਕਿ ਜਬਰੀ ਵਸੂਲੀ ਕਰਨ ਵਾਲਿਆਂ ਦੀ ਜਿੱਤ ਹੋਵੇਗੀ ਜੇ ਅਸੀਂ ਅਸਲੀਅਤ ਤੋਂ ਦੂਰ ਜਾਂਦਿਆਂ ਪਰਛਾਵੀਆਂ ਹੇਠ ਲੁਕਣ ਦਾ ਯਤਨ ਕਰਾਂਗੇ। ਪੁਲਿਸ ਵੱਲੋਂ ਇਹ ਮੰਦਭਾਗਾ ਰੁਝਾਨ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਲੋਕਾਂ ਨੂੰ ਵੀ ਖੁੱਲ੍ਹ ਕੇ ਸਾਹਮਣੇ ਆਉਣਾ ਹੋਵੇਗਾ। ਪੁਲਿਸ ਦਾ ਟੀਚਾ ਕਮਿਊਨਿਟੀ ਵਿੱਚ ਏਕਾ ਕਾਇਮ ਕਰਦਿਆਂ ਮਸਲੇ ਦੀ ਡੂੰਘਾਈ ਤੱਕ ਜਾਣਾ ਹੈ ਅਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਆਖਰਕਾਰ ਐਕਸਟੋਰਸ਼ਨ ਅਸਲ ਤਸਵੀਰ ਕਿਹੋ ਜਿਹੀ ਹੈ। BC ਵਿੱਚ ਸਾਹਮਣੇ ਆ ਰਹੇ ਜ਼ਿਆਦਾਤਰ ਮਾਮਲੇ ਸਰੀ ਸ਼ਹਿਰ ਨਾਲ ਸੰਬੰਧਿਤ ਹਨ, ਜਿੱਥੇ ਮੌਜੂਦਾ ਵਰ੍ਹੇ ਦੌਰਾਨ 100 ਤੋਂ ਵੱਧ ਵਾਰਦਾਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ। BC ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਂਕੂਵਰ ਪੁਲਿਸ ਦੇ ਸੁਪਰੀਡੈਂਟ ਰਹਿ ਚੁੱਕੇ ਕਾਸ਼ ਹੀਡ ਨੇ ਕਿਹਾ ਹੈ ਕਿ ਅਜਿਹੇ ਸਮਾਗਮ ਸਥਾਨਕ ਬਾਸ਼ਿੰਦਿਆਂ ਵਾਸਤੇ ਵੱਡੀ ਅਹਿਮੀਅਤ ਰੱਖਦੇ ਹਨ। ਕੈਨੇਡਾ ਦੇ ਵਿੱਚ ਪੰਜਾਬੀ ਪਰਿਵਾਰ ਦੇ ਨਾਲ ਵਾਪਰੀ ਤਰਾਸਦੀ ਤੋਂ ਬਾਅਦ ਰੁਪੋਸ਼ ਹੋਇਆ ਮਕਾਨ ਮਾਲਕ ਆਖਰਕਾਰ ਸਾਹਮਣੇ ਆ ਗਿਆ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਕਰਾਰ ਦਿੱਤਾ। ਮਕਾਨ ਮਾਲਕ ਦੇ ਵਕੀਲ ਸੁਖੀ ਬੈਦਵਾਨ ਨੇ ਇੱਕ ਬਿਆਨ ਵਿੱਚ ਜਾਰੀ ਕਰਦੇ ਹੋਏ ਕਿਹਾ ਕਿ ਮੈਕਲਾਫਲਿਨ ਰੋਡ ਅਤੇ ਰਿਮੈਂਬਰੈਂਸ ਰੋਡ ਤੇ ਸਥਿਤ ਪ੍ਰਾਪਰਟੀ ਮਾਰਚ 2023 ਦੇ ਵਿੱਚ ਕਾਨੂੰਨੀ ਤਰੀਕੇ ਨਾਲ $3,100 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਿਰਾਏ ਤੇ ਚਾੜੀ ਗਈ। ਭਾਵੇਂ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਮੰਦਭਾਗੇ ਮਕਾਨ ਵਿੱਚ 11 ਜਣੇ ਰਹਿੰਦੇ ਸਨ, ਪਰ ਸੁਖੀ ਨੇ ਇਹ ਦਾਅਵਾ ਕੀਤਾ ਕਿ ਇਹ ਘਰ ਸਿਰਫ 5 ਜੀਆਂ ਦੇ ਪਰਿਵਾਰ ਨੂੰ ਕਿਰਾਏ ਤੇ ਦਿੱਤਾ ਗਿਆ ਅਤੇ ਮਕਾਨ ਮਾਲਕ ਨੂੰ ਬਾਕੀ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਕਿ ਤਕਰੀਬਨ ਇੱਕ ਦਹਾਕਾ ਪਹਿਲਾਂ ਬਿਲਡਰ ਤੋਂ ਮਕਾਨ ਖਰੀਦੇ ਜਾਣ ਤੋਂ ਹੁਣ ਤੱਕ ਇੱਥੇ ਕੋਈ ਨਵੀਂ ਉਸਾਰੀ ਜਾਂ ਅਲਟਰੇਸ਼ਨ ਨਹੀਂ ਸੀ ਕੀਤੀ ਗਈ। ਬਰੈਂਪਟਨ ਦੇ 12 ਬੈਂਸਵੇ ਤੇ ਸਥਿਤ ਮਕਾਨ ਦੇ ਵਿੱਚ 4 ਬੈੱਡਰੂਮ ਸਨ ਅਤੇ ਇਸ ਤੋਂ ਇਲਾਵਾ ਬੇਸਮੈਂਟ ਵਿੱਚ ਬਾਥਰੂਮ ਅਤੇ 5ਵਾਂ ਬੈੱਡਰੂਮ ਸ਼ਾਮਲ ਸੀ। ਇਹ ਸਭ ਸਿਟੀ ਪਲੈਨਰ ਦੀ ਪ੍ਰਵਾਨਗੀ ਨਾਲ ਬਿਲਡਰ ਵੱਲੋਂ ਤਿਆਰ ਕੀਤਾ ਗਿਆ ਅਤੇ ਬਿਲਕੁਲ ਨਵੇਂ ਮਕਾਨ ਵਜੋਂ ਪ੍ਰਾਪਰਟੀ ਖਰੀਦੀ ਗਈ। ਮਕਾਨ ਮਾਲਕ ਨੇ ਆਪਣੇ ਵਕੀਲ ਰਾਹੀਂ ਹਾਦਸਾ ਦੌਰਾਨ ਹੋਏ ਵੱਡੀ ਜਾਨੀ ਨੁਕਸਾਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਸੀ ਕਿ ਮਕਾਨ ਮਾਲਕ ਲੰਮਾ ਸਮਾਂ ਦੇਸ਼ ਤੋਂ ਬਾਹਰ ਹੀ ਰਹਿੰਦਾ ਹੈ ਅਤੇ 2019 ਦੇ ਵਿੱਚ ਉਸ ਵੱਲੋਂ ਬੇਸਮੈਂਟ ਵਿੱਚ ਦੂਜੇ ਯੂਨਿਟ ਦੀ ਉਸਾਰੀ ਵਾਸਤੇ ਬਿਲਡਿੰਗ ਪਰਮਿਟ ਐਪਲੀਕੇਸ਼ਨ ਦਾਖਲ ਕੀਤਾ ਗਿਆ। ਪੈਟਰਿਕ ਬਰਾਊਨ ਮੁਤਾਬਕ ਮਕਾਨ ਮਾਲਕ ਨੇ ਸਿਟੀ ਇੰਸਪੈਕਟਰਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਾ ਕੀਤੀ, ਪਰ ਸੁਖੀ ਨੇ ਦਾਅਵਾ ਕੀਤਾ ਕਿ ਨਵੀਂ ਉਸਾਰੀ ਵਾਸਤੇ ਕਦੇ ਕੋਈ ਅਰਜ਼ੀ ਦਾਇਰ ਨਹੀਂ ਕੀਤੀ ਗਈ। ਵਕੀਲ ਦੇ ਮੁਤਾਬਕ ਮਕਾਨ ਮਾਲਕ ਨੂੰ ਸਿਟੀ ਵੱਲੋਂ ਆਈ ਕਿਸੇ ਇੰਸਪੈਕਸ਼ਨ ਰਿਕੁਐਸਟ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਕਦੇ ਜਾਂਚ ਤੋਂ ਇਨਕਾਰ ਕੀਤਾ। ਵਕੀਲ ਨੇ ਅੱਗੇ ਵੀ ਦੱਸਿਆ ਕਿ ਮਕਾਨ ਮਾਲਕ ਅਤੇ ਕਿਰਾਏਦਾਰ ਦਰਮਿਆਨ ਚੰਗਾ ਕੰਮਕਾਜੀ ਰਿਸ਼ਤਾ ਵੀ ਸੀ ਅਤੇ ਅਕਸਰ ਹੀ ਦੋਹਾਂ ਵਿਚਾਲੇ ਸੰਪਰਕ ਹੁੰਦਾ ਰਹਿੰਦਾ। ਲੈਂਡਲੋਰਡ ਇਹ ਮਕਾਨ ਵੇਚਣਾ ਚਾਹੁੰਦਾ ਸੀ ਅਤੇ 23 ਅਕਤੂਬਰ ਨੂੰ ਰੀਅਲ ਏਸਟੇਟ ਏਜੰਟ ਮਕਾਨ ਦੇਖਣ ਪੁੱਜੇ। ਕਿਰਾਏਦਾਰਾਂ ਨੂੰ 30 ਨਵੰਬਰ ਤੱਕ ਮਕਾਨ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ ਉਹ ਜਲਦ ਹੀ ਆਪਣਾ ਸਮਾਨ ਚੁੱਕਣ ਦੀ ਤਿਆਰੀ ਵੀ ਕਰ ਰਹੇ ਸਨ। ਦੂਜੇ ਪਾਸੇ ਵਕੀਲ ਨੇ ਕਿਹਾ ਕਿ ਲੈਂਡਲੋਰਡ ਨੇ ਕਦੇ ਵੀ ਅੱਗ ਲੱਗਣ ਦੀ ਘਟਨਾ ਦਾ ਦੋਸ਼ ਕਿਰਾਏਦਾਰਾਂ ਸਿਰ ਨਹੀਂ ਮੜਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਕਾਨ ਵਿੱਚ ਫਾਇਰ ਅਲਾਰਮਸ ਦੀ ਮੌਜੂਦਗੀ ਦਾ ਜ਼ਿਕਰ ਜਾਂਚਕਰਤਾਵਾਂ ਨੇ ਕੀਤਾ, ਪਰ ਇਹ ਨਹੀਂ ਦੱਸਿਆ ਕਿ ਕੀ ਕੰਮ ਕਰ ਰਹੇ ਸਨ। ਅੱਗ ਲੱਗਣ ਦਾ ਅਸਲ ਕਾਰਨ ਫਿਲਹਾਲ ਸਾਹਮਣੇ ਨਹੀਂ ਆ ਸਕਿਆ, ਜਿਸ ਦੌਰਾਨ ਇੱਕ ਅਣਜੰਮੇ ਬੱਚੇ ਸਣੇ 5 ਜਣਿਆਂ ਦੀ ਜਾਨ ਚਲੀ ਗਈ। ਕੈਨੇਡਾ ਦੇ ਵਿੱਚ ਸੁਨਹਿਰੀ ਭਵਿੱਖ ਦੇ ਸੁਪਨਿਆਂ ਦੀ ਕੀਮਤ ਪੰਜਾਬੀ ਨੌਜਵਾਨਾਂ ਨੂੰ ਆਪਣੀ ਜਾਨ ਦੇ ਨਾਲ ਚੁਕਾਉਣੀ ਪੈ ਰਹੀ ਹੈ। ਜੀ ਹਾਂ, ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਦਾ ਧਰਮਜੋਤ ਸਿੰਘ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ ਤੇ ਲੈ ਕੇ ਕੈਨੇਡਾ ਪੁੱਜਾ ਅਤੇ ਚੁਣੌਤੀਆਂ ਦਾ ਡਟ ਕੇ ਟਾਕਰਾ ਸ਼ੁਰੂ ਕਰ ਦਿੱਤਾ। ਪੰਜਾਬ ਬੈਠਾ ਉਸ ਦਾ ਪਰਿਵਾਰ ਸਫਲਤਾ ਦੀ ਅਰਦਾਸ ਕਰ ਰਿਹਾ ਸੀ, ਪਰ ਔਂਕੜਾਂ ਇੰਨੀਆਂ ਵੱਧ ਗਈਆਂ ਕਿ ਧਰਮਜੋਤ ਸਿੰਘ ਨੇ ਖੁਦਕੁਸ਼ੀ ਕਰ ਲਈ।
ਵਿਨੀਪੈਗ ਦੇ ਨਾਲ ਲੱਗਦੇ ਵੈਸਟ ਸੈਂਟ ਪੋਲ ਵਿਖੇ ਰਹਿੰਦੇ ਪ੍ਰੀਤ ਚਾਹਲ ਨੇ ਦੱਸਿਆ ਕਿ ਆਰਥਿਕ ਮੁਸ਼ਕਲਾਂ ਦਾ ਬੋਝ ਧਰਮਜੋਤ ਸਿੰਘ ਬਰਦਾਸ਼ਤ ਨਾ ਕਰ ਸਕਿਆ। ਦਿਲ ਉਤੇ ਪੱਥਰ ਰੱਖ ਕੇ ਇਹ ਖਬਰ ਪੰਜਾਬ ਰਹਿੰਦੇ ਉਸਦੇ ਮਾਪਿਆਂ ਨੂੰ ਦੱਸੀ, ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਧਰਮਜੋਤ ਸਿੰਘ ਦੀ ਦੇ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਪਰਿਵਾਰਕ ਮੈਂਬਰ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ। ਧਰਮਜੋਤ ਦੀ ਆਖਰੀ ਵਾਰ ਮਦਦ ਕਰਦਿਆਂ ਭਾਈਚਾਰੇ ਵੱਲੋਂ ਪਰਮਾ ਯੋਗਦਾਨ ਪਾਇਆ ਜਾ ਰਿਹਾ ਹੈ। ਦੂਜੇ ਪਾਸੇ BC ਵਿੱਚ ਜਗਪ੍ਰੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖਿਆ। ਐਪਸਪੋਰਟ ਨਾਲ ਸੰਬੰਧਿਤ ਪ੍ਰਭਜੋਤ ਸਿੰਘ ਮੁਤਾਬਕ ਜਗਪ੍ਰੀਤ ਆਪਣੇ ਪਿੱਛੇ ਰੋਂਦਾ ਕੁਰਲਾਉਂਦਾ ਪਰਿਵਾਰ ਛੱਡ ਗਿਆ, ਜਿਨ੍ਹਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਉਹਨਾਂ ਦੇ ਦਿਲ ਦਾ ਟੁਕੜਾ ਇਸ ਦੁਨੀਆ ਵਿੱਚ ਨਹੀਂ ਰਿਹਾ। ਜਗਪ੍ਰੀਤ ਸਿੰਘ ਦੀਆਂ ਅੰਤਿਮ ਰਸਮਾਂ ਲਈ GoFundMe ਪੇਜ ਸਥਾਪਿਤ ਕੀਤਾ ਗਿਆ। ਹਾਂਗਕਾਂਗ ਵਿੱਚ 26 ਨਵੰਬਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਲੱਗੀ ਭਿਆਨਕ ਅੱਗ ਤੇ ਅਜੇ ਤੱਕ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਬਹੁਮੰਜ਼ਲਾ ਰਿਹਾਇਸ਼ੀ ਇਮਾਰਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਰਾਹਤ ਟੀਮਾਂ ਜਿਹੜੀਆਂ ਨੇ ਉਹ ਵੀਰਵਾਰ ਨੂੰ ਦੂਜੇ ਦਿਨ ਦੀ ਜਦੋਜਹਿਦ ਕਰਦੀਆਂ ਰਹੀਆਂ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ, ਜਦਕਿ 280 ਤੋਂ ਵੱਧ ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਇਸ ਨੂੰ ਪਿਛਲੇ 70 ਸਾਲਾਂ ਵਿੱਚ ਸ਼ਹਿਰ ਦੀ ਸਭ ਤੋਂ ਵੱਡੀ ਤਰਾਸਦੀ ਦੱਸਿਆ। ਇਸ ਤੋਂ ਇਲਾਵਾ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 76 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 43 ਦੀ ਹਾਲਤ ਗੰਭੀਰ ਹੈ। ਮਰਨ ਵਾਲਿਆਂ ਵਿੱਚ ਇੱਕ ਅੱਗ ਬੁਝਾਊ ਕਰਮਚਾਰੀ ਵੀ ਸ਼ਾਮਲ ਹੈ। ਕਈ ਲੋਕ ਅਜੇ ਵੀ ਇਮਾਰਤਾਂ ਵਿੱਚ ਫਸੇ ਹੋਏ ਸਨ। 7 ਵਿੱਚੋਂ 4 ਬਲਾਕਸ ਦੇ ਵਿੱਚ ਲੱਗੀ ਭਿਆਨਕ ਅੱਗ ਤੇ ਕਾਬੂ ਪਾ ਲਿਆ ਗਿਆ, ਜਦਕਿ ਸ਼ਾਮ ਤੱਕ ਬਾਕੀ ਰਹੀਆਂ 31 ਮੰਜ਼ਲਾ ਇਮਾਰਤਾਂ ਦੀਆਂ ਉੱਪਰੀ ਮੰਜ਼ਲਾਂ ਤੇ ਅੱਗ ਭਖਦੀ ਰਹੇ। ਰਾਹਤ ਕਾਰਜ ਵੱਡੇ ਪੱਧਰ ਤੇ ਜਾਰੀ ਹੈ ਤੇ ਫਸੇ ਲੋਕਾਂ ਨੂੰ ਇਮਾਰਤਾਂ ਵਿੱਚੋਂ ਬਾਹਰ ਕੱਢਿਆ ਜਾ ਰਿਹਾ। ਅੱਗ ਲੱਗਣ ਦਾ ਅਸਲ ਕਾਰਨ ਕੀ ਸੀ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸਰਕਾਰ ਨੇ ਇਸ ਮਾਮਲੇ 'ਚ ਫੌਜਦਾਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 7 ਇਮਾਰਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਨੇ, ਜਿਨ੍ਹਾਂ ਵਿੱਚੋਂ ਹਰ ਇੱਕ 32 ਮੰਜ਼ਲਾ ਸੀ। ਹਾਂਗਕਾਂਗ ਸਰਕਾਰ ਨੇ ਪ੍ਰਭਾਵਿਤ ਲੋਕਾਂ ਲਈ 30 ਕਰੋੜ ਹਾਂਗਕਾਂਗ ਡਾਲਰ ਯਾਨੀ ਕਿ ਕਰੀਬ 4.3 ਕਰੋੜ ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਸੈਂਕੜੇ ਬੇਘਰ ਹੋਏ ਨਿਵਾਸੀਆਂ ਨੂੰ ਅਸਥਾਈ ਸ਼ਰਨ ਸਥਲਾਂ 'ਚ ਸਥਾਨਕਰਨ ਕੀਤਾ ਗਿਆ, ਯਾਨੀ ਕਿ ਉਹਨਾਂ ਨੂੰ ਸ਼ਿਫਟ ਕੀਤਾ ਗਿਆ। ਇਸ ਤੋਂ ਇਲਾਵਾ ਤਾਈਪੋ ਜ਼ਿਲ੍ਹੇ ਵਿੱਚ 1983 ਵਿੱਚ ਬਣੇ ਵਾਂਗ ਫੂਕ ਕੋਰਟ ਕੰਪਲੈਕਸ ਵਿੱਚ 8 ਬਹੁਮੰਜ਼ਲਾ ਇਮਾਰਤਾਂ ਹਨ, ਜਿਨ੍ਹਾਂ ਵਿੱਚ ਕੁੱਲ 1984 ਫਲੈਟ ਹਨ। 2021 ਦੀ ਜਨਗਣਨਾ ਦੇ ਮੁਤਾਬਕ ਇਨ੍ਹਾਂ ਇਮਾਰਤਾਂ ਦੇ ਵਿੱਚ ਕਰੀਬ 4400 ਲੋਕ ਰਹਿੰਦੇ ਹਨ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਦੇ ਅਨੁਸਾਰ ਹਾਂਗਕਾਂਗ ਪੁਲਿਸ ਨੇ 27 ਨਵੰਬਰ ਨੂੰ ਦੱਸਿਆ ਕਿ ਇਸ ਅੱਗ ਕਾਂਡ ਦੇ ਸਬੰਧ ਵਿੱਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਤਿੰਨੋਂ ਵਿਅਕਤੀ ਉਸ ਨਿਰਮਾਣ ਕੰਪਨੀ ਦੇ ਅਧਿਕਾਰੀ ਹਨ ਜੋ ਇਮਾਰਤਾਂ ਦੇ ਰੀਨਿਊਅਲ ਦੌਰਾਨ ਸਮੱਗਰੀ ਲਗਾਉਣ ਲਈ ਜ਼ਿੰਮੇਵਾਰ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਰੰਮਤ ਕੰਮ ਦੌਰਾਨ ਵਰਤੀ ਗਈ ਜਲਨਸ਼ੀਲ ਮਚਾਨ ਤੇ ਫੋਮ ਸਮੱਗਰੀ ਕਾਰਨ ਅੱਗ ਬੜੀ ਤੇਜ਼ੀ ਨਾਲ ਫੈਲ ਸਕਦੀ ਹੈ। ਨਿਊਜ਼ੀਲੈਂਡ ਨੇ ਦੇਸ਼ ਦੇ ਨਾਜ਼ੁਕ ਅਤੇ ਵਿਲੱਖਣ ਜੰਗਲੀ ਜੀਵਾਂ ਦੀ ਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ। ਸਰਕਾਰ ਨੇ ਐਲਾਨ ਕੀਤਾ ਕਿ 2050 ਤੱਕ ਪੂਰੇ ਦੇਸ਼ ਵਿੱਚੋਂ ਜੰਗਲੀ ਬਿੱਲੀਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਸੰਭਾਲ ਮੰਤਰੀ ਤਾਮਾ ਪੋਟਾਕਾ ਨੇ ਜੰਗਲੀ ਬਿੱਲੀਆਂ ਨੂੰ ਸਟੋਨ ਕੋਲਡ ਕਿਲਰ ਕਿਹਾ, ਇਹ ਕਹਿੰਦੇ ਹੋਏ ਕਿ ਉਹਨਾਂ ਨੂੰ ਪ੍ਰੀਡੇਟਰ ਫ੍ਰੀ 2050 ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 2016 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ ਚੂਹਿਆਂ, ਸਟੋਟਸ, ਪੋਸਮ ਅਤੇ ਫੈਰਟਸ ਵਰਗੀਆਂ ਹਮਲਾਵਰ ਪ੍ਰਜਾਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜੰਗਲੀ ਬਿੱਲੀਆਂ ਪਾਲਤੂ ਬਿੱਲੀਆਂ ਤੋਂ ਵੱਖਰੀਆਂ ਹੁੰਦੀਆਂ ਹਨ। ਉਹ ਮਨੁੱਖਾਂ ਤੋਂ ਗੁਜ਼ਾਰਾ ਕਰਦੀਆਂ ਹਨ ਅਤੇ ਜੰਗਲਾਂ ਵਿੱਚ ਭੋਜਨ ਦੀ ਭਾਲ ਕਰਦੀਆਂ ਹਨ। ਇਹੀ ਕਾਰਨ ਹੈ ਕਿ ਉਹ ਦੁਰਲਭ ਪੰਛੀਆਂ, ਚਮਗਿੱਦੜਾਂ, ਕਿਰਲੀਆਂ ਤੇ ਕੀੜੇ ਮਕੌੜਿਆਂ ਲਈ ਇੱਕ ਵੱਡਾ ਖਤਰਾ ਹਨ। ਨਿਊਜ਼ੀਲੈਂਡ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦੁਨੀਆ ਵਿੱਚ ਸਿਰਫ ਉੱਥੇ ਹੀ ਪਾਈਆਂ ਜਾਂਦੀਆਂ ਹਨ, ਇਸ ਲਈ ਸਰਕਾਰ ਉਹਨਾਂ ਦੀ ਸੰਭਾਲ ਨੂੰ ਬਹੁਤ ਜ਼ਰੂਰੀ ਸਮਝਦੀ ਹੈ। ਜੰਗਲੀ ਬਿੱਲੀਆਂ ਪਹਿਲਾਂ ਹੀ ਬਹੁਤ ਸਾਰੀਆਂ ਦੁਰਲਭ ਪ੍ਰਜਾਤੀਆਂ ਨੂੰ ਖਤਮ ਕਰਨ ਦੇ ਨੇੜੇ ਆ ਚੁੱਕੀਆਂ ਹਨ। ਉਦਾਹਰਨ ਦੇ ਵਜੋਂ ਸਟੀਵਰਟ ਟਾਪੂ ਤੇ ਪੁਕੂਨੂਈ ਅਲੋਪ ਹੋਣ ਦੇ ਨੇੜੇ ਹੈ। ਇਸ ਦੌਰਾਨ ਓਹਾਕੂਨੇ ਖੇਤਰ ਵਿੱਚ ਇੱਕ ਹਫ਼ਤੇ ਵਿੱਚ 100 ਤੋਂ ਵੱਧ ਛੋਟੀ ਪੂੰਛ ਵਾਲੇ ਚਮਗਾਦੜ ਜੰਗਲੀ ਬਿੱਲੀਆਂ ਦਾ ਸ਼ਿਕਾਰ ਹੋ ਗਏ। ਦੇਸ਼ ਦੇ ਜੰਗਲਾਂ ਅਤੇ ਟਾਪੂਆਂ ਵਿੱਚ 25 ਲੱਖ ਤੋਂ ਵੱਧ ਛੋਟੀ ਪੂੰਛ ਵਾਲੇ ਚਮਗਿੱਦੜ ਰਹਿੰਦੇ ਹਨ। ਇਹ ਬਿੱਲੀਆਂ 1 ਮੀਟਰ ਤੱਕ ਲੰਬੀਆਂ ਹੋ ਸਕਦੀਆਂ ਹਨ ਅਤੇ ਆਪਣੀਆਂ ਪੂੰਛਾਂ ਸਮੇਤ 7 ਕਿਲੋਗ੍ਰਾਮ ਤੱਕ ਭਾਰ ਹੋ ਸਕਦਾ ਹੈ। ਸੋ ਮੰਤਰੀ ਪੋਟਾਕਾ ਨੇ ਦੱਸਿਆ ਕਿ ਜੰਗਲੀ ਬਿੱਲੀਆਂ ਨਾ ਸਿਰਫ ਸ਼ਿਕਾਰ ਕਰਦੀਆਂ ਹਨ, ਸਗੋਂ ਬਿਮਾਰੀਆਂ ਵੀ ਫੈਲਾਉਂਦੀਆਂ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਹ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਕਰਨ ਲਈ ਅਮਰੀਕੀ ਪ੍ਰਸਤਾਵ ਵਾਰਤਾ ਲਈ ਇੱਕ ਸ਼ੁਰੂਆਤੀ ਬਿੰਦੂ ਹੈ। ਉਹਨਾਂ ਨੇ ਯੂਕਰੇਨੀ ਫੌਜ ਨੂੰ ਕਿਹਾ ਕਿ ਉਹ ਪਿੱਛੇ ਹਟ ਜਾਵੇ, ਨਹੀਂ ਤਾਂ ਰੂਸ ਦੀ ਵੱਡੀ ਫੌਜ ਨੂੰ ਹਰਾ ਦੇਵੇਗੀ।
ਸੋ ਪੁਤਿਨ ਨੇ ਕਿਰਗਿਸਤਾਨ ਦੇ 3 ਦਿਨਾਂ ਦੌਰੇ ਦੇ ਅੰਤ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਬੈਠ ਕੇ ਇਸ ਤੇ ਗੰਭੀਰਤਾ ਦੇ ਨਾਲ ਚਰਚਾ ਕਰਨ ਦੀ ਲੋੜ ਹੈ। ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਨੂੰ ਇੱਕ ਸਮਝੌਤੇ ਦੇ ਖਰੜੇ ਦੀ ਬਜਾਏ ਚਰਚਾ ਲਈ ਰੱਖੇ ਗਏ ਮੁੱਦਿਆਂ ਦਾ ਇੱਕ ਸਮੂਹ ਦੱਸਿਆ। ਰੂਸੀ ਨੇਤਾ ਨੇ ਕਿਹਾ ਕਿ ਜੇ ਯੂਕਰੇਨੀ ਫੌਜ ਆਪਣੇ ਕਬਜ਼ੇ ਵਾਲੇ ਇਲਾਕਿਆਂ ਤੋਂ ਹਟ ਜਾਵੇ ਤਾਂ ਦੁਸ਼ਮਣੀ ਖਤਮ ਹੋ ਜਾਵੇਗੀ। ਜੇ ਉਹ ਨਹੀਂ ਹਟਦੀ ਤਾਂ ਅਸੀਂ ਤਾਕਤ ਦੀ ਵਰਤੋਂ ਕਰਕੇ ਅਜਿਹਾ ਕਰਾਂਗੇ। ਅਮਰੀਕੀ ਰੂਸੀ ਚਾਲਕ ਦਲ ਦੇ 3 ਮੈਂਬਰਾਂ ਨੂੰ ਰੂਸੀ ਰਾਕੇਟ ਸੋਯੂਜ਼ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋ ਗਏ। ਨਾਸਾ ਦੇ ਪੁਲਾੜ ਯਾਤਰੀ ਕ੍ਰਿਸ ਵਿਲੀਅਮਸ ਅਤੇ ਉਹਨਾਂ ਦੇ 2 ਰੂਸੀ ਸਾਥੀਆਂ ਸਰਗਈ ਮਿਕਾਏਵ ਅਤੇ ਸਰਗਈ ਕੁਦ ਸਵੇਰਚਕੋਵ ਨੇ ਰੂਸ ਵੱਲੋਂ ਕਜ਼ਾਕਿਸਤਾਨ 'ਚ ਕਿਰਾਏ ਤੇ ਲਏ ਗਏ ਬੈਕੋਨੂਰ ਲਾਂਚ ਸਾਈਟ ਤੋਂ ਉਡਾਨ ਭਰੀ। ਤਿੰਨੋਂ ਯਾਤਰੀ ਸਪੇਸ ਸਟੇਸ਼ਨ ਤੇ ਲਗਭਗ 8 ਮਹੀਨੇ ਬਿਤਾਉਣਗੇ। ਸੋਯੂਜ਼ MS-28 ਪੁਲਾੜ ਜਹਾਜ਼ ਲਾਂਚ ਹੋਣ ਤੋਂ ਲਗਭਗ 3 ਘੰਟੇ ਬਾਅਦ ਸਟੇਸ਼ਨ ਤੇ ਡਾਕ ਕਰਨਾ ਨਿਰਧਾਰਿਤ ਹੈ। ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਗੱਦੀਓਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਕ ਸਰਕਾਰੀ ਹਾਊਸਿੰਗ ਪ੍ਰੋਜੈਕਟ ਵਿੱਚ ਜ਼ਮੀਨਾਂ ਦੀ ਵੰਡ ਵਿੱਚ ਬੇਨੀਮਾ ਨਾਲ ਸੰਬੰਧਿਤ 3 ਭ੍ਰਿਸ਼ਟਾਚਾਰ ਮਾਮਲਿਆਂ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਢਾਕਾ ਸਪੈਸ਼ਲ ਜੱਜ ਕੋਰਟ ਦੇ 5 ਦੇ ਜੱਜ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ 78 ਸਾਲਾਂ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਪੂਰਬਾਂਚਲ ਵਿੱਚ ਰਾਜੂਕ ਨਿਊ ਟਾਊਨ ਪ੍ਰੋਜੈਕਟ ਵਿੱਚ ਭ੍ਰਿਸ਼ਟਾਚਾਰ ਦੇ 3 ਮਾਮਲਿਆਂ ਵਿੱਚ ਹਰੇਕ ਵਿੱਚ 7 ਸਾਲ ਦੀ ਸਜ਼ਾ ਸੁਣਾਈ, ਜੋ ਕੁੱਲ ਮਿਲਾ ਕੇ 21 ਸਾਲ ਬਣਦੀ ਹੈ। ਜੱਜ ਨੇ ਕਿਹਾ ਕਿ ਹਸੀਨਾ ਨੂੰ ਇਹ ਸਜ਼ਾਵਾਂ ਲਗਾਤਾਰ ਭੁਗਤਣੀਆਂ ਪੈਣਗੀਆਂ। ਜੱਜ ਮਾਮੂਨ ਨੇ ਹਸੀਨਾ ਤੇ ਹਰੇਕ ਮਾਮਲੇ ਵਿੱਚ 1-1 ਲੱਖ ਟਕਾ ਦਾ ਜੁਰਮਾਨਾ ਵੀ ਲਗਾਇਆ ਜਾਂ ਜੇਕਰ ਉਹ ਰਕਮ ਜਮ੍ਹਾਂ ਕਰਾਉਣ 'ਚ ਅਸਫਲ ਰਹਿੰਦੀ ਹੈ ਤਾਂ 18 ਮਹੀਨੇ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ। ਜੱਜ ਮਾਮੂਨ ਨੇ ਰਾਜਧਾਨੀ ਦੇ ਨੇੜੇ ਹਾਊਸਿੰਗ ਪ੍ਰੋਜੈਕਟ ਵਿੱਚ ਦਰਜ ਮਾਮਲਿਆਂ ਵਿੱਚ ਹਸੀਨਾ ਦੇ ਪੁੱਤਰ ਸਾਜੀ ਵਾਜੇਦ ਜੋਏ ਅਤੇ ਬੇਟੀ ਸਾਈਮਾ ਵਾਜੇਦ ਨੂੰ ਵੀ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜੋਏ ਅਤੇ ਉਹਨਾਂ ਦੀ ਪੁੱਤਰੀ ਨੂੰ ਹਰੇਕ ਨੂੰ 1-1 ਲੱਖ ਟਕਾ ਦਾ ਜੁਰਮਾਨਾ ਕੀਤਾ ਗਿਆ ਜਾਂ ਜੁਰਮਾਨਾ ਅਦਾ ਨਾ ਕਰਨ ਦੇ 1 ਮਹੀਨੇ ਹੋਰ ਜੇਲ੍ਹ ਕੱਟਣੀ ਪਵੇਗੀ। ਜੱਜ ਮਾਮੂਨ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਲਾਟ ਸ਼ੇਖ ਹਸੀਨਾ ਨੂੰ ਬਿਨਾਂ ਕਿਸੇ ਅਰਜ਼ੀ ਦੇ ਅਤੇ ਇੱਕ ਅਜਿਹੇ ਤਰੀਕੇ ਨਾਲ ਅਲੋਟ ਕੀਤਾ ਗਿਆ ਸੀ ਜੋ ਕਾਨੂੰਨੀ ਤੌਰ ਤੇ ਅਧਿਕਾਰਤ ਅਧਿਕਾਰ ਖੇਤਰ ਤੋਂ ਜ਼ਿਆਦਾ ਸੀ। ਹਸੀਨਾ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਰੁੱਧ ਲੱਗੇ ਦੋਸ਼ ਪੱਖਪਾਤੀ ਅਤੇ ਸਿਆਸੀ ਤੌਰ ਤੇ ਪ੍ਰੇਰਿਤ ਹਨ। ਹਸੀਨਾ ਪਿਛਲੇ ਸਾਲ 5 ਅਗਸਤ ਨੂੰ ਬੰਗਲਾਦੇਸ਼ ਤੋਂ ਭੱਜਣ ਤੋਂ ਬਾਅਦ ਭਾਰਤ ਵਿੱਚ ਰਹਿ ਰਹੀ ਹੈ। ਵੀਰਵਾਰ ਦੇ ਫੈਸਲੇ ਤੋਂ ਪਹਿਲਾਂ ਅਧਿਕਾਰੀਆਂ ਨੇ ਢਾਕਾ ਦੇ ਪੁਰਾਣੇ ਹਿੱਸੇ ਵਿੱਚ ਅਦਾਲਤੀ ਕੰਪਲੈਕਸ ਅਤੇ ਆਸ-ਪਾਸ ਸੁਰੱਖਿਆ ਸਖਤ ਕਰ ਦਿੱਤੀ। ਹਸੀਨਾ ਪਰਿਵਾਰ ਤੋਂ ਇਲਾਵਾ ਹਾਊਸਿੰਗ ਦੇ ਸਾਬਕਾ ਜੂਨੀਅਰ ਮੰਤਰੀ ਸ਼ਰੀਫ ਅਹਿਮਦ ਅਤੇ ਹਾਊਸਿੰਗ ਮੰਤਰਾਲੇ ਅਤੇ ਰਾਜਧਾਨੀ ਉਨਿਆਨ ਦੇ ਅਧਿਕਾਰੀਆਂ ਸਮੇਤ 20 ਹੋਰਾਂ ਤੇ ਵੀ ਮੁਕੱਦਮਾ ਚਲਾਇਆ ਗਿਆ ਸੀ ਅਤੇ ਇੱਕ ਨੂੰ ਛੱਡ ਕੇ ਸਾਰਿਆਂ ਨੂੰ ਵੱਖ-ਵੱਖ ਮਿਆਦੀਆਂ ਜੇਲ੍ਹਾਂ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਜਿਸ ਵਿਅਕਤੀ ਨੂੰ ਬਰੀ ਕੀਤਾ ਗਿਆ ਉਹ ਮੰਤਰਾਲੇ ਦਾ ਇੱਕ ਜੂਨੀਅਰ ਅਧਿਕਾਰੀ ਹੈ। ਦੋਸ਼ੀਆਂ ਵਿੱਚੋਂ ਸਿਰਫ ਇੱਕ ਹੀ ਵਿਅਕਤੀ ਨਿੱਜੀ ਤੌਰ ਤੇ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਸੀ ਅਤੇ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ। ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਦੀਆਂ ਅਫਵਾਹਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਦੂਜੇ ਪਾਸੇ ਇਮਰਾਨ ਖਾਨ ਦੀਆਂ ਭੈਣਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਆਪਣੇ ਭਰਾ ਨੂੰ ਲਗਭਗ 23 ਦਿਨਾਂ ਤੋਂ ਮਿਲਣ ਨਹੀਂ ਦਿੱਤਾ ਗਿਆ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਇਮਰਾਨ ਖਾਨ ਦੀ ਮੌਤ ਦੀਆਂ ਖਬਰਾਂ ਝੂਠੀਆਂ ਹਨ। ਦਰਅਸਲ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਪੰਜਾਬ ਸੂਬੇ ਦੇ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਇਸ ਦੌਰਾਨ ਉਹਨਾਂ ਦੇ ਬੇਟੇ ਕਾਸਿਮ ਖਾਨ ਨੇ ਹੁਣ ਉਹਨਾਂ ਦੇ ਜ਼ਿੰਦਾ ਹੋਣ ਦਾ ਸਬੂਤ ਅਤੇ ਪਿਤਾ ਦੀ ਰਿਹਾਈ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅਫਗਾਨੀ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਮਰਾਨ ਖਾਨ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਕਾਸਿਮ ਖਾਨ ਨੇ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਗ੍ਰਿਫਤਾਰ ਹੋਏ ਕਰੀਬ 845 ਦਿਨਾਂ ਤੋਂ ਵੱਧ ਹੋ ਗਏ ਹਨ। ਕਾਸਿਮ ਖਾਨ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪਿਤਾ ਨੂੰ ਪਿਛਲੇ 1.5 ਮਹੀਨੇ ਤੋਂ ਪਰਿਵਾਰ ਨਾਲ ਬਿਨਾਂ ਕਿਸੇ ਸੰਪਰਕ ਦੇ ਡੈਥ ਸੈੱਲ ਵਿੱਚ ਰੱਖਿਆ ਗਿਆ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਲਈ ਤੁਸੀਂ ਬਣੇ ਰਹੋ ਪੰਜਾਬ ਮਿਲੀ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।